अस्सलाम वालेकुम जी। मैं खालिद नदीम सरोया, चांद से आगे की दुनिया इंसाइक्लोपीडिया से। मेरे नाल ने जी यासीन भाई, ड्राइवर भरा ने साडे। ते इन्हां ने वेखो गल ये हुंदी है कि जिहड़ी गल दा कोई मकसद या मतलब नहीं ना है, दुनिया नूं फायदा नहीं है, ਉਹ ਵੀ ਦੂਸਰਿਆਂ ਦਾ ਨਾ ਅਸੀਂ ਟਾਈਮ ਜ਼ਾਇਆ ਕਰਨ ਵਾਲੀ ਗੱਲ ਹੁੰਦੀ ਹੈ। ਵੇਖੋ ਮੈਂ ਇਹਨਾਂ ਨਾਲ 10 ਮਿੰਟ ਅਸੀਂ ਚਾਹ ਪੀਤੀ ਆ। ਇੱਕ ਮੌਜੂਦ ਇਹਨਾਂ ਨੇ ਕਿਹਾ ਕਿ ਵੀ ਮੈਂ ਬੜਾ ਨਾ ਮੈਨੂੰ ਇਸ ਚੀਜ਼ ਦਾ ਦੁੱਖ ਆ, ਮੈਨੂੰ ਦਿਲੀ ਗਮ ਆ। ਮੈਂ ਕਿਹਾ ਵੀ ਕੀ ਮਸਲਾ ਤੈਨੂੰ, ਕਿ ਕੋਈ ਮਾਲਕਾ ਲਓ ਜਾਂ ਡਰਾਈਵਰੀ ਲੈਣ 'ਚ ਕੋਈ ਪ੍ਰੋਬਲਮ ਆ। ਇਹਨਾਂ ਨੇ ਉਹ ਨਹੀਂ ਕਿਹਾ ਮੈਨੂੰ। ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹ ਵਾਕਈ ਸੁਣਨ ਦੇ ਕਾਬਲ ਤੇ ਇੱਕ ਮੌਜੂਏ ਬਹਿਸ ਮੈਂ ਉਹਨੂੰ ਸਮਝਣਾ, ਜਿਹੜੀ ਕਿ ਮੈਂ ਆਪਣੇ ਭਰਾਵਾਂ ਤੱਕ ਵੀ ਜਿਹੜਾ ਨਾ ਉਹਦੀ ਡਿਸਕਸ ਪਹੁੰਚਾਉਣੀ ਚਾਹੁੰਦਾ। ਤੇ ਯਾਸਿਨ ਭਾਈ ਤੁਸੀਂ ਦੱਸੋ ਕੀ ਤੁਸੀਂ ਸੋਚਦੇ ਹੋ, ਕੀ ਸਮਝਦੇ ਹੋ, ਜ਼ਿੰਦਗੀ ਦਾ ਕੀ ਤੁਹਾਡਾ ਇੱਕ ਐਕਸਪੀਰੀਅੰਸ ਆ? जी वालेकुम सलाम खालिद भाई। अल्लाह ਦਾ ਬਹੁਤ ਕਰਮ ਹੈ ਮੇਰੇ ਤੇ। ਮੈਂ ਕੋਈ 17-18 ਸਾਲ ਤੋਂ ਇੱਕ ਆਪਣੇ ਸਾਹਬਾਂ ਦੇ ਨਾਲ ਲੱਗਾ। ਬਹੁਤ ਮੇਰੇ ਅੱਛੇ ਉਹਨਾਂ ਨਾਲ ਤਾਲੁਕਾਤ ਨੇ, ਬਹੁਤ ਖਿਆਲ ਵੀ ਰੱਖਦੇ ਨੇ ਸਭ। ਮੈਂ ਇਹ ਚੀਜ਼ ਦੇਖੀ ਕਿ ਬਾਹਰ ਅਸੀਂ ਬੈਠਦੇ ਉੱਠਦੇ ਹਾਂ ਤੇ ਦੋਸਤ ਭਰਾ ਬੈਠੇ, ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਛਿੜੀ, ਜੀ ਉਹ ਮੈਂ ਦੇਖਿਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਤਾਲੀਮ ਤੋਂ ਪਿੱਛੇ ਰਹਿ ਜਾਂਦੇ ਨੇ ਤੇ ਵੱਡੇ ਲੋਕ ਜਿਹੜੇ ਨੇ ਉਹ ਤਾਲੀਮ ਤੋਂ ਅੱਗੇ ਨਿਕਲ ਜਾਂਦੇ ਨੇ। ਉਹ ਕੁਛ ਸਾਡੇ 'ਚ ਹੀ ਖਾਮੀਆਂ ਨੇ, ਕਿਉਂਕਿ ਦੋਸਤ ਭਰਾ ਸਾਰੇ ਦੱਸਦੇ ਨੇ ਕਿ ਵੀ ਸਾਡਾ ਬੱਚਾ ਪੜ੍ਹ ਰਿਹਾ ਸੀ, ਇੰਝ ਹੋ ਗਿਆ, ਤੇ ਉਹ ਇਸ ਤਰ੍ਹਾਂ ਕਰ। ਦੇਖੋ ਭਾਈਜਾਨ, ਗੱਲ ਪਤਾ ਕੀ ਆ ਭਾਈ ਯਾਸਿਨ, ਤੁਸੀਂ ਬੜੀ ਅੱਛੀ ਇੱਕ ਨਾ ਕਹਿ ਲਓ ਕਿ ਤੁਸੀਂ ਸੋਚ ਰੱਖੀ ਹੈ ਕਿ ਤੁਸੀਂ ਇਸ ਗੱਲ ਨੂੰ ਛੁਪਾਇਆ ਨਹੀਂ। ਦੇਖੋ, ਜਿਤਨੀ ਦੇਰ ਤੱਕ ਅਸੀਂ ਤਾਲੀਮ ਨੂੰ ਫਰੋਗ ਨਹੀਂ ਦਿਆਂਗੇ ਨਾ ਜੀ, ਵੇਖੋ ਹੁਣ ਸਾਡੇ 100 ਭਰਾਵਾਂ ਨਾਲ ਗੱਲ ਕਰੀਏ ਨਾ ਜੀ, ਵਿੱਚੋਂ 8-10 ਦੇ ਬੱਚੇ ਜਿਹੜੇ ਨੇ ਨਾ, ਉਹਨਾਂ 'ਚੋਂ ਵੀ ਚੰਦ ਬੱਚੇ, ਸਾਰਿਆਂ ਬੱਚਿਆਂ 'ਚੋਂ ਇੱਕ ਬੱਚਾ ਜਾਂ 2 ਬੱਚੇ ਕਿਸੇ ਦੇ ਹੋਣਗੇ ਕਿ ਜਿਹੜੇ ਨਾ ਮਜ਼ਦੂਰ ਤਬਕੇ ਦੀ ਮੈਂ ਗੱਲ ਕਰਦਾ। ਵੇਖੋ ਅਸੀਂ ਮੁਆਸ਼ਰੇ 'ਚ ਸੁਣਨੇ ਆ, ਖਬਰਾਂ 'ਚ ਵੀ ਹਰ ਜਗ੍ਹਾ ਕਿ ਜੀ ਫਲਾਣੇ ਬੰਦੇ ਦਾ ਬੱਚਾ, ਉਹ ਇੱਕ ਅੱਧੇ ਬੱਚੇ ਦਾ ਟਾਪ ਕਰਨ ਨਾਲ ਜਿਹੜਾ ਨਾ ਜੀ, ਉਹ ਸਾਡੇ ਸਾਰਿਆਂ ਦੇ ਬੱਚੇ ਤੇ ਬੱਚਿਆਂ ਦੇ ਨਾ ਉਹਦੇ ਵਿੱਚ ਸ਼ੁਮਾਰ ਨਹੀਂ ਹੁੰਦਾ। ਹਰ ਜਗ੍ਹਾ 'ਤੇ ਮਸਲਨ 2000 ਆਬਾਦੀ ਆ, 4000 ਆਬਾਦੀ ਆ, ਤੇ ਵਿੱਚੋਂ ਜੇ ਅਗਰ ਇੱਕ ਅੱਧੇ ਮਜ਼ਦੂਰ ਦੇ ਬੱਚੇ ਨੇ ਅੱਛਾ ਪੜ੍ਹ ਲਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੇ ਅੱਛਾ ਪੜ੍ਹ ਲਿਆ। ਵੇਖੋ, ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਅਸੀਂ ਸਾਰੇ ਨਹੀਂ ਨਾ ਪੜ੍ਹ ਲਿਖ ਜਾਂਦੇ, ਉਨੀ ਦੇਰ ਤੱਕ ਸਾਡੇ ਮੁਆਸ਼ਰੇ 'ਚ ਦੇਖੋ ਸਾਡੇ ਜਿਹੜੇ ਵੱਡੇ ਆਨਰੇਬਲ ਪਰਸਨ ਨੇ, ਸਰਮਾਏਦਾਰ ਲੋਕ ਨੇ, ਉਹਨਾਂ ਦੇ ਅੱਗੇ ਵੀ ਸਾਡੇ ਬੱਚਿਆਂ ਨਹੀਂ ਆਉਣਾ, ਮਜ਼ਦੂਰਾਂ ਦੇ ਬੱਚਿਆਂ ਨਹੀਂ ਆਉਣਾ। ਗੱਡੀਆਂ ਜੇ ਅਗਰ ਤੁਸੀਂ ਚਲਾਉਂਦੇ ਹੋ ਤੇ ਉਹਦੇ ਵਿੱਚ ਵੀ ਦੇਖੋ ਤੁਹਾਡਾ ਵਾਹ ਇਹਨਾਂ ਨਾਲ ਹੀ ਪੈਣਾ, ਠੀਕ ਹੈ, ਮਿਲ ਲੈਣ 'ਚ ਵੀ ਇਹਨਾਂ ਨਾਲ ਹੀ ਪੈਣਾ। ਲਿਹਾਜ਼ਾ ਇਕੱਲੇ ਮਜ਼ਦੂਰਾਂ ਨੂੰ ਨਾ ਤੁਸੀਂ ਵੇਖੋ, ਤੁਸੀਂ ਆਨਰੇਬਲ ਜਿਹੜੇ ਪਰਸਨ ਨੇ ਉਹਨਾਂ ਨੂੰ ਵੀ ਸਾਡੀ ਇਸ ਗੱਲ ਦੀ ਹਮਾਇਤ ਕਰਨੀ ਚਾਹੀਦੀ ਆ। ਬਲਕਿ ਤਵੱਜੋ ਮੈਂ ਤਾਂ ਇੱਥੇ ਤੱਕ ਕਹਾਂਗਾ ਕਿ ਜੇ ਅਗਰ ਮੌਜੂਦਾ ਨਿਜ਼ਾਮ ਦੇ ਵਿੱਚ ਜਿਹੜਾ ਬੰਦਾ ਆਪਣੇ ਬੱਚਿਆਂ ਦੀ 25-25 30-30 ਹਜ਼ਾਰ ਫੀਸ ਦਿੰਦਾ ਨਾ, ਜੇ ਅਗਰ ਅੱਲਾ ਨੇ ਮੈਨੂੰ ਹਿੰਮਤ ਦਿੱਤੀ ਹੁੰਦੀ ਜਾਂ ਅੱਲਾ ਪਾਕ ਮੈਨੂੰ ਹਿੰਮਤ ਦੇਵੇ ਤੇ ਮੈਂ ਉਹਨਾਂ ਨੂੰ 10-10 ਹਜ਼ਾਰ ਵਾਲੇ ਸਕੂਲਾਂ 'ਚ ਪੜ੍ਹਾਵਾਂ, ਮਗਰ ਨਾਲ 2 ਮੈਂ ਕੋਈ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਵਾਂ ਤਾਂ ਕਿ ਤਾਲੀਮ ਦਾ ਫਰੋਗ ਹੋਵੇ। ਦੂਸਰਾ ਇਹਦਾ ਹੱਲ ਇਹ ਹੈ ਕਿ ਭਾਈ ਜੀ, ਮੈਂ ਆਪਣੇ ਚੈਨਲ ਵੱਲੋਂ ਹਰ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਇਹੀ ਆ ਕਿ ਸਾਡਾ ਜਿਹੜਾ ਨਾ ਅਸਲ ਜੀ ਇੱਕ ਨਿਜ਼ਾਮ ਤਾਲੀਮ ਦਾ, ਇਹਨੂੰ ਇੱਕ ਬਹੁਤ ਅੱਛਾ ਹੁਣ ਨਿਜ਼ਾਮ ਹੈਗਾ, ਮਗਰ ਮਜ਼ੀਦ ਫਵਾਇਦ ਹਾਸਲ ਕਰਨ ਲਈ ਸਾਨੂੰ ਜਿਹੜਾ ਨਾ ਜੀ ਬੱਚੇ ਜਿਹੜੇ ਕਿ ਨਹੀਂ ਪੜ੍ਹਨਾ ਚਾਹੁੰਦੇ ਜਾਂ ਪੜ੍ਹਦੇ ਹੀ ਨਹੀਂ, ਉਹਨਾਂ ਦਾ ਅਸੀਂ ਸੋਚਣਾ ਕਿ ਯਾਰ ਇਹ ਕੀ ਵਜ੍ਹਾ, ਮਾਂ ਬਾਪ ਦਿਨ ਰਾਤ ਮਿਹਨਤ ਕਰਦਾ ਮਗਰ ਬੱਚਾ ਨਹੀਂ ਪੜ੍ਹਦਾ। ਹੁਣ ਵੇਖੋ, ਇਹਦਾ ਹੱਲ ਇਹ ਤਾਂ ਹੈ ਨਹੀਂ ਕਿ ਬੱਚੇ ਨੂੰ ਤੁਸੀਂ ਘਰੋਂ ਕੱਢ ਦਿਓ ਜਾਂ ਕੁੱਟ ਮਾਰ ਕੇ ਪੜ੍ਹਾਓ, ਨਹੀਂ। ਸਕੂਲ ਇਸ ਤਰ੍ਹਾਂ ਦੇ ਤੁਸੀਂ ਬਣਾਉਣ ਦੀ ਨਾ ਕੁਝ ਸਪੋਰਟ ਕਰੋ ਕਿ ਜਿੱਥੇ ਇਦਾਰੇ ਜ਼ਿੰਮੇਦਾਰ ਹੋਣ, ਗੌਰਮੈਂਟ ਕੋਈ ਸਹੂਲਤਾਂ ਦੇਵੇ ਮਜ਼ਦੂਰਾਂ ਨੂੰ ਕਿ ਬੱਚਿਆਂ ਨੂੰ ਸੁਬਾਹ ਲੈਣਾ ਹੈ ਤੇ ਸ਼ਾਮ ਤੱਕ ਉਹਨਾਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਹੀ ਉਹਨਾਂ ਦੀ ਤਰਬੀਅਤ। ਸਾਡਾ ਘਰੇਲੂ ਮਾਹੌਲ ਬਹੁਤ ਅਜੀਬ ਜੀ ਸਿਚੁਏਸ਼ਨ ਆ ਤੇ ਬੜੀ ਲੰਮੀ ਗੁਫ਼ਤਗੂ ਹੋ ਜਾਏਗੀ। ਮੈਂ ਇਹਨੂੰ ਸ਼ਾਰਟ ਕਰਦਾ ਕਿ ਸਾਡਾ ਘਰੇਲੂ ਮਾਹੌਲ ਜਿਹੜਾ ਜੀ ਉਹ ਵੀ ਬੱਚਿਆਂ 'ਤੇ ਅਸਰਅੰਦਾਜ਼ ਆ। ਸਾਡੀ ਗਲੀ ਦਾ ਮਾਹੌਲ, ਆਬਾਦੀ ਦੀ ਵਜ੍ਹਾ, ਠੀਕ ਹੈ ਜੀ, ਉਸ ਤੋਂ ਇਲਾਵਾ ਸਾਡੇ ਫਿਲਮਾਂ ਡਰਾਮੇ ਉਹ ਵੀ ਇਸ ਦੇ ਜ਼ਿੰਮੇਦਾਰ ਨੇ। ਕੁਛ ਇਹ ਆ ਕਿ ਸਾਡੇ ਬੱਚੇ ਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ, ਦੂਸਰਿਆਂ ਵੱਲ ਵੇਖਦੇ ਨੇ, ਲੈਪਟਾਪ ਵੇਖਦੇ ਨੇ,